ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਹਰਮਨਦੀਪ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਆਪਣੀ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤਰਕ ਜੀ ਦੀ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਪੜ੍ਹਾਂਗੇ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਸਦੇ ਕਵੀ ਧਨੀ ਰਾਮ ਚਾਤਰਕ ਬਾਰੇ ਆਪਾਂ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਾਂ। ਧਨੀ ਰਾਮ ਚਾਤਰਕ ਜੀ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੂਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਜੀ ਦੇ ਘਰ ਪਿੰਡ ਪੱਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਜਦੋਂ ਆਪ ਜੀ ਦੀ ਉਮਰ ਅਜੇ ਛੋਟੀ ਹੀ ਸੀ ਤਾਂ ਰੋਜੀ ਰੋਟੀ ਦੇ ਚੱਕਰ ਵਿੱਚ ਆਪ ਜੀ ਦਾ ਸਾਰਾ ਪਰਿਵਾਰ ਪਿੰਡ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆ ਗਿਆ। ਇਸ ਲਈ ਆਪ ਜੀ ਦੀ ਬਹੁਤ ਜ਼ਿਆਦਾ ਉਮਰ ਅੰਮ੍ਰਿਤਸਰ ਵਿਖੇ ਹੀ ਬਤੀਤ ਹੋਈ। ਘਰ ਵਿੱਚ ਆਰਥਿਕ ਤੰਗੀ ਹੋਣ ਕਾਰਨ ਆਪ ਜੀ ਜ਼ਿਆਦਾ ਵਿੱਦਿਆ ਨਹੀਂ ਪ੍ਰਾਪਤ ਕਰ ਸਕੇ। ਆਪ ਨੇ ਸਿਰਫ 5ਵੀਂ ਤੱਕ ਹੀ ਸਿੱਖਿਆ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿੱਚ ਕਿਸਮਤ ਦੇ ਸਾਥ ਦੇਣ ਨਾਲ ਆਪ ਜੀ ਨੂੰ ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਮਿਲ ਗਈ। ਇੱਥੇ ਕੰਮ ਕਰਦਿਆਂ ਹੀ ਆਪ ਜੀ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ। ਜਦੋਂ ਅੰਮ੍ਰਿਤਸਰ ਵਿੱਚ ਪੰਜਾਬੀ ਸਭਾ ਦਾ ਗਠਨ ਹੋਇਆ ਤਾਂ ਆਪ ਜੀ ਨੂੰ ਇਸ ਦੇ ਪਹਿਲੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ। ਧਨੀ ਰਾਮ ਚਾਤਰਕ ਜੀ ਦੀਆਂ ਕਵਿਤਾਵਾਂ ਪ੍ਰਾਚੀਨ ਪੰਜਾਬੀ ਸਾਹਿਤ ਅਤੇ ਨਵੀਨ ਕਵਿਤਾਵਾਂ ਵਿੱਚ ਕੜੀ ਵਜੋਂ ਕੰਮ ਕਰਦੀਆਂ ਹਨ। ਧਨੀ ਰਾਮ ਚਾਤਰਕ ਜੀ ਦੀਆਂ ਸਾਹਿਤਕ ਰਚਨਾਵਾਂ ਵਿੱਚ ਭਰਥਰੀ ਹਰੀ, ਨਲ ਦਮਯੰਤੀ, ਚੰਦਨਵਾੜੀ, ਸੂਫੀਖਾਨਾ, ਨਵਾਂ ਜਹਾਨ, ਨੂਰ ਜਹਾਂ, ਬਾਦਸ਼ਾਹ ਬੇਗਮ ਆਦਿ ਹਨ। ਆਪ ਜੀ ਦਾ ਨਾਮ ਪੰਜਾਬੀ ਦੇ ਸ਼੍ਰੋਮਣੀ ਕਵੀਆਂ ਵਿੱਚੋਂ ਆਉਂਦਾ ਹੈ। ਆਪ ਜੀ ਦੀਆਂ ਰਚਨਾਵਾਂ ਵਿੱਚ ਪੰਜਾਬੀ ਸੱਭਿਆਚਾਰ ਠਾਠਾਂ ਮਾਰਦਾ ਹੈ। ਆਪ ਜੀ ਦੀਆਂ ਰਚਨਾਵਾਂ ਵਿੱਚ ਆਪ ਜੀ ਦਾ ਪੰਜਾਬੀ ਨਾਲ ਬਹੁਤ ਜ਼ਿਆਦਾ ਪਿਆਰ ਵੀ ਦਿਖਾਈ ਦਿੰਦਾ ਹੈ। ਆਪ ਜੀ ਦੀਆਂ ਰਚਨਾਵਾਂ ਸਰਲ ਭਾਸ਼ਾ ਵਿੱਚ ਮਿਲਦੀਆਂ ਹਨ। ਧਨੀ ਰਾਮ ਚਾਤਰਕ ਜੀ ਦੀ ਅਖੀਰਲੀ ਰਚਨਾ 1954 ਈਸਵੀ ਵਿੱਚ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਪਹਿਲਾਂ ਆਪ ਜੀ ਦੀਆਂ ਸਾਰੀਆਂ ਰਚਨਾਵਾਂ ਗੁਰਮੁਖੀ ਵਿੱਚ ਹੀ ਪ੍ਰਕਾਸ਼ਿਤ ਹੋਈਆਂ ਹਨ। ਆਪ ਜੀ ਦਾ ਦੇਹਾਂਤ 1954 ਈਸਵੀ ਵਿੱਚ ਹੋਇਆ। ਜੀ ਪਿਆਰੇ ਵਿਦਿਆਰਥੀਓ, ਹੁਣ ਆਪਾਂ ਕਵਿਤਾ ਵਹਿੰਦਾ ਜਾਏ ਨੂੰ ਗਾ ਕੇ ਇਸ ਦਾ ਅਭਿਆਸ ਕਰਦੇ ਹਾਂ। ਸ਼ੁਰੂ ਕਰਦੇ ਹਾਂ ਕਵਿਤਾ ਵਹਿੰਦਾ ਜਾਏ। ਉੱਤਰ ਪਹਾੜੋਂ ਡਿੱਗਦਾ ਢਹਿੰਦਾ, ਚੱਕਰ ਖਾਂਦਾ ਧੱਪੇ ਸਹਿੰਦਾ, ਨਾਲ ਚਟਾਨਾਂ ਖਹਿੰਦਾ ਖਹਿੰਦਾ, ਨੀਰ ਨਦੀ ਦਾ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾ, ਪੰਧ ਤੇਰਾ ਹੈ ਲੰਮਾ ਸਾਰਾ, ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਨਾਲ ਸਮੁੰਦਰ ਸਾਕਾਦਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ, ਖਾ ਗਰਮੀ ਅਸਮਾਨੇ ਚੜਿਆ, ਮੁੜ ਪਹਾੜ ਤੇ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਆਣਾ ਜਾਣਾ ਫੇਰੇ ਪਾਣਾ, ਤੁਰਿਆ ਰਹਿਣਾ ਅੱਖ ਨਾ ਲਾਣਾ, ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜਦਾ ਲਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਤਾਂ ਤੁਸੀਂ ਵੀ ਆਪਣੀਆਂ ਕਾਪੀਆਂ ਅਤੇ ਕਿਤਾਬਾਂ ਖੋਲ੍ਹ ਲਓ ਅਤੇ ਵਿਆਖਿਆ
ਵਿੱਚੋਂ ਜੋ ਭਾਗ ਤੁਸੀਂ ਲਿਖਣਾ ਚਾਹੋ ਤਾਂ ਤੁਸੀਂ ਉਹ ਲਿਖ ਵੀ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ ਕਵਿਤਾ ਵਹਿੰਦਾ ਜਾਏ ਦੀ ਪ੍ਰਸੰਗ ਸਹਿਤ ਵਿਆਖਿਆ। ਉੱਤਰ ਪਹਾੜੋਂ ਡਿੱਗਦਾ ਢਹਿੰਦਾ, ਚੱਕਰ ਖਾਂਦਾ ਧੱਪੇ ਸਹਿੰਦਾ, ਨਾਲ ਚਟਾਨਾਂ ਖਹਿੰਦਾ ਖਹਿੰਦਾ, ਨੀਰ ਨਦੀ ਦਾ ਵਹਿੰਦਾ ਜਾਏ। ਹਾਂਜੀ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਇਹਨਾਂ ਸਤਰਾਂ ਦਾ ਪ੍ਰਸੰਗ ਲਿਖਾਂਗੇ। ਪ੍ਰਸੰਗ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਆਪਾਂ ਕਵਿਤਾ ਦਾ ਨਾਮ, ਆਪਣੀ ਪਾਠ ਪੁਸਤਕ ਦਾ ਨਾਮ ਅਤੇ ਕਵਿਤਾ ਨੂੰ ਲਿਖਣ ਵਾਲੇ ਕਵੀ ਦਾ ਨਾਮ ਵੀ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਸੰਗ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਕਵੀ ਇਸ ਕਵਿਤਾ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਜਾਂ ਕਵੀ ਨੇ ਇਸ ਕਵਿਤਾ ਵਿੱਚ ਕੀ ਲਿਖਿਆ ਹੈ। ਤਾਂ ਸ਼ੁਰੂ ਕਰਦੇ ਹਾਂ ਆਪਾਂ ਇਸ ਕਾਵਿ ਟੋਟੇ ਦੀ ਪ੍ਰਸੰਗ ਲਿਖਣੀ। ਪ੍ਰਸੰਗ: ਇਹ ਕਾਵਿ ਟੋਟਾ ਸਾਡੀ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤਰਕ ਜੀ ਦੁਆਰਾ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਪਾਣੀ ਆਪਣਾ ਚੱਕਰ ਪੂਰਾ ਕਰਨ ਲਈ ਵਰਖਾ ਦੇ ਰੂਪ ਵਿੱਚ ਪਹਾੜਾਂ 'ਤੇ ਡਿੱਗਦਾ ਹੈ ਅਤੇ ਚਟਾਨਾਂ ਨਾਲ ਖਹਿੰਦਾ ਹੋਇਆ ਆਪਣੀ ਮੰਜ਼ਿਲ ਸਮੁੰਦਰ ਵੱਲ ਵੱਧਦਾ ਜਾਂਦਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਨੂੰ ਹੁਣ ਇੱਥੋਂ ਪਤਾ ਲੱਗ ਗਿਆ ਹੋਵੇਗਾ ਕਿ ਪ੍ਰਸੰਗ ਵਿੱਚ ਆਪਾਂ ਇਹ 3 ਗੱਲਾਂ ਲਿਖਣੀਆਂ ਹੁੰਦੀਆਂ ਹਨ। ਪਾਠ ਪੁਸਤਕ ਦਾ ਨਾਮ ਜੋ ਕਿ ਸਾਹਿਤਮਾਲਾ ਹੈ, ਕਵੀ ਦਾ ਨਾਮ ਧਨੀ ਰਾਮ ਚਾਤਰਕ ਅਤੇ ਕਵਿਤਾ ਦਾ ਨਾਮ ਵਹਿੰਦਾ ਜਾਏ। ਇਸ ਤੋਂ ਇਲਾਵਾ ਆਪਾਂ ਕਵਿਤਾ ਵਿੱਚ ਜੋ ਵੀ ਕਵੀ ਕਹਿਣਾ ਚਾਹੁੰਦਾ ਹੈ ਉਸ ਬਾਰੇ ਵੀ ਆਪਾਂ ਕੁਛ ਨਾ ਕੁਛ 1-2 ਲਾਈਨਾਂ ਵਿੱਚ ਲਿਖ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਭਾਗ ਹੈਗਾ ਬਈ ਵਿਆਖਿਆ। ਵਿਆਖਿਆ ਵਿੱਚ ਉਹਨਾਂ ਸਤਰਾਂ ਦੀ ਆਪਾਂ ਸਰਲ ਅਰਥ, ਜਿਸ ਨੂੰ ਕਹਿ ਸਕਦੇ ਹਾਂ ਸਰਲ ਅਰਥ ਵੀ ਆਪਾਂ ਕਰਨੇ ਹੁੰਦੇ ਹਨ। ਤਾਂ ਆਪਾਂ ਇਹਨਾਂ ਸਤਰਾਂ ਦੇ ਸਰਲ ਅਰਥ ਕਰਦੇ ਹਾਂ, ਜਿਹਨਾਂ ਨੂੰ ਆਪਾਂ ਵਿਆਖਿਆ ਲਿਖਦੇ ਹਾਂ। ਉੱਤਰ ਪਹਾੜੋਂ ਡਿੱਗਦਾ ਢਹਿੰਦਾ, ਕਵੀ ਦੱਸਦਾ ਹੈ ਕਿ ਨਦੀ ਦਾ ਪਾਣੀ ਪਹਾੜਾਂ ਤੋਂ ਥੱਲੇ ਵੱਲ ਨੂੰ ਡਿੱਗਦਾ ਹੈ। ਚੱਕਰ ਖਾਂਦਾ ਧੱਪੇ ਸਹਿੰਦਾ, ਨਾਲ ਚਟਾਨਾਂ ਖਹਿੰਦਾ ਖਹਿੰਦਾ, ਕਵੀ ਦੱਸਦਾ ਹੈ ਕਿ ਨਦੀ ਦਾ ਪਾਣੀ ਕਈ ਥਾਵਾਂ ਤੋਂ ਡਿੱਗਦਾ ਢਹਿੰਦਾ ਅਤੇ ਚੱਕਰ ਖਾਂਦਾ, ਕਈ ਚਟਾਨਾਂ ਨਾਲ ਖਹਿੰਦਾ, ਚੋਟਾਂ ਖਾਂਦਾ ਹੋਇਆ ਹੇਠਾਂ ਉਤਰਦਾ ਹੈ, ਨੀਰ ਨਦੀ ਦਾ ਵਹਿੰਦਾ ਜਾਏ। ਇਸ ਪ੍ਰਕਾਰ ਪਹਾੜਾਂ ਤੋਂ ਉਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ। ਤਾਂ ਇਸ ਕਾਵਿ ਟੋਟੇ ਵਿੱਚ ਕਵੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਦੀ ਦਾ ਪਾਣੀ ਪਹਿਲਾਂ ਤਾਂ ਪਹਾੜ ਤੋਂ ਥੱਲੇ ਡਿੱਗਦਾ ਹੈ, ਤਾਂ ਚਟਾਨਾਂ ਨਾਲ ਖਹਿੰਦਾ ਹੋਇਆ ਉਹ ਨਦੀ ਵਿੱਚ ਆ ਕੇ ਰਲ ਜਾਂਦਾ ਹੈ। ਹਾਂਜੀ ਅਗਲਾ ਕਾਵਿ ਟੋਟਾ ਹੈ। ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾ, ਪੰਥ ਤੇਰਾ ਹੈ ਲੰਮਾ ਸਾਰਾ, ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਹਾਂਜੀ ਪਿਆਰੇ ਬੱਚਿਓ, ਇਸ ਦਾ ਪ੍ਰਸੰਗ ਉਵੇਂ ਹੀ ਲਿਖਣਾ ਆਪਾਂ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਕਾਵਿ ਟੋਟੇ ਦਾ ਲਿਖਿਆ ਸੀ। ਇਹ ਕਾਵਿ ਟੋਟਾ ਸਾਡੀ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤਰਕ ਜੀ ਦੁਆਰਾ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਪਾਣੀ ਆਪਣਾ ਚੱਕਰ ਪੂਰਾ ਕਰਨ ਲਈ ਵਰਖਾ ਦੇ ਰੂਪ ਵਿੱਚ ਪਹਾੜਾਂ ਤੋਂ ਡਿੱਗਦਾ ਹੈ ਅਤੇ ਚਟਾਨਾਂ ਨਾਲ ਖਹਿੰਦਾ ਹੋਇਆ ਆਪਣੀ ਮੰਜ਼ਿਲ ਸਮੁੰਦਰ ਵੱਲ ਵੱਧਦਾ ਜਾਂਦਾ ਹੈ, ਜਿਸ ਵਿੱਚ ਅਸਮਾਨ ਦੇ ਤਾਰਿਆਂ ਦੇ ਝਲਕਾਰੇ ਉਸ ਨੂੰ ਚੱਲਦਾ ਰਹਿਣ ਲਈ ਕਹਿੰਦੇ ਹਨ। ਹਾਂਜੀ ਸ਼ਾਬਾਸ਼। ਹੁਣ ਆਪਾਂ ਇਸ ਦੀ ਵਿਆਖਿਆ ਕਰਦੇ ਹਾਂ। ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾ। ਇਹਨਾਂ 2 ਸਤਰਾਂ ਵਿੱਚ ਕਵੀ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਆਪਾਂ ਵੀ ਕਈ ਵਾਰ ਰਾਤ ਨੂੰ ਪਾਣੀ ਵਿੱਚ ਦੇਖਦੇ ਹਾਂ ਅਤੇ ਆਪਾਂ ਨੂੰ ਪਾਣੀ ਵਿੱਚ ਤਾਰੇ ਦਿਸਦੇ ਹਨ,
ਤਾਂ ਪਾਣੀ ਜਦੋਂ ਹਿੱਲ ਰਿਹਾ ਹੁੰਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਤਾਰੇ ਵੀ ਨਾਲ ਨਾਲ ਉਸਦੇ ਚੱਲ ਰਹੇ ਹੋਣ। ਤਾਂ ਕਵੀ ਕਹਿਣਾ ਚਾਹੁੰਦਾ ਹੈ ਕਿ ਆਪਣੇ ਲੰਮੇ ਰਸਤੇ 'ਤੇ ਤੁਰਦਾ ਹੋਇਆ ਅਸਮਾਨ ਦਾ ਤਾਰਾ ਪਾਣੀ ਦੀਆਂ ਲਹਿਰਾਂ ਵਿੱਚ ਝਲਕਾਰੇ ਮਾਰਦਾ ਹੋਇਆ ਪਾਣੀ ਨੂੰ ਆਖਦਾ ਹੈ ਕਿ ਤੇਰਾ ਪੰਧ ਮੇਰੇ ਪੰਧ ਨਾਲੋਂ ਵੀ ਬਹੁਤ ਲੰਮਾ ਹੈ। ਪੰਧ ਤੇਰਾ ਹੈ ਲੰਮਾ ਸਾਰਾ, ਵੀ ਤੇਰਾ ਪੰਧ ਵੀ, ਤੇਰਾ ਰਸਤਾ ਵੀ ਮੇਰੇ ਰਸਤੇ ਵਾਂਗ ਬਹੁਤ ਲੰਮਾ ਹੈ। ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਇਸ ਲਈ ਤਾਰਾ ਪਾਣੀ ਨੂੰ ਹੱਲਾਸ਼ੇਰੀ ਦਿੰਦਾ ਹੈ, ਉਸ ਨੂੰ ਪ੍ਰੇਰਨਾ ਦਿੰਦਾ ਹੈ ਕਿ ਤੂੰ ਵੀ ਆਪਦਾ ਰਸਤੇ ਨੂੰ ਜਲਦੀ ਜਲਦੀ ਮੁਕਾਉਣ ਲਈ ਅੱਗੇ ਤੋਂ ਅੱਗੇ ਤੁਰਦਾ ਜਾ, ਤਾਂ ਹੀ ਤੇਰਾ ਰਸਤਾ ਮੁੱਕੇਗਾ। ਇਸ ਤਰ੍ਹਾਂ ਪਾਣੀ ਚੇਤਾਵਨੀ ਨੂੰ ਸੁਣਦਾ ਹੋਇਆ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ। ਤਾਂ ਪਿਆਰੇ ਵਿਦਿਆਰਥੀਓ, ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਜਾਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਅੱਗੇ ਹੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਹਾਂਜੀ, ਅਗਲਾ ਪੈਰਾ ਹੈ, ਨਾਲ ਸਮੁੰਦਰ ਸਾਕਾਦਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ, ਖਾ ਗਰਮੀ ਅਸਮਾਨੇ ਚੜ੍ਹਿਆ, ਮੁੜ ਪਹਾੜ 'ਤੇ ਬਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਇਸ ਦਾ ਪ੍ਰਸੰਗ ਲਿਖ ਲਓ। ਇਹ ਕਾਵਿ ਟੋਟਾ ਸਾਡੀ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤਰਕ ਜੀ ਦੁਆਰਾ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਪਾਣੀ ਦਾ ਸਮੁੰਦਰ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਹੈ, ਜਿਸ ਦੇ ਨਾਲ ਕਈ ਵਾਰ ਮਿਲ ਚੁੱਕਿਆ ਹੈ ਅਤੇ ਕਈ ਵਾਰ ਉਸ ਤੋਂ ਵੱਖ ਹੋ ਚੁੱਕਿਆ ਹੈ। ਤਾਂ ਇਸ ਕਾਵਿ ਟੋਟੇ ਦੀ ਆਪਾਂ ਵਿਆਖਿਆ ਕਰਦੇ ਹਾਂ। ਨਾਲ ਸਮੁੰਦਰ ਸਾਕਾਦਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ। ਤਾਂ ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਨਾਲ ਬਹੁਤ ਗੂੜ੍ਹੀ ਰਿਸ਼ਤੇਦਾਰੀ ਹੈ। ਉਹ ਆਪਣੇ ਇਸ ਰਿਸ਼ਤੇਦਾਰ ਸਮੁੰਦਰ ਦੇ ਪਾਣੀ ਨਾਲ ਕਈ ਵਾਰ ਮਿਲਿਆ ਹੈ ਅਤੇ ਕਈ ਵਾਰੀ ਉਸ ਤੋਂ ਵਿਛੜਿਆ ਹੈ। ਖਾ ਗਰਮੀ ਅਸਮਾਨੇ ਚੜ੍ਹਿਆ, ਮੁੜ ਪਹਾੜ 'ਤੇ ਬਹਿੰਦਾ ਜਾਏ। ਤਾਂ ਜਿਸ ਤਰ੍ਹਾਂ ਆਪਾਂ ਪੜ੍ਹਿਆ ਹੈ ਕਿ ਸਮੁੰਦਰ ਵਿੱਚ ਮਿਲਣ ਪਿੱਛੋਂ ਇਹ ਪਾਣੀ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਅਸਮਾਨ 'ਤੇ ਜਾ ਚੜ੍ਹਦਾ ਹੈ ਅਤੇ ਫਿਰ ਪਹਾੜਾਂ 'ਤੇ ਵਰਖਾ ਦੇ ਰੂਪ ਵਿੱਚ ਵਰਦਾ ਹੈ। ਨੀਰ ਨਦੀ ਦਾ ਵਹਿੰਦਾ ਜਾਏ, ਉੱਥੋਂ ਫਿਰ ਨਦੀ ਦਾ ਪਾਣੀ ਹੇਠਾਂ ਸਮੁੰਦਰ ਵੱਲ ਵਗਣਾ ਸ਼ੁਰੂ ਕਰ ਦਿੱਤਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਕਿ ਆਪਾਂ ਸਾਇੰਸ ਅਤੇ ਸਮਾਜਿਕ ਸਿੱਖਿਆ ਵਿੱਚ ਪੜ੍ਹਿਆ ਹੈ ਕਿ ਜਲ ਚੱਕਰ ਕਿਸ ਤਰ੍ਹਾਂ ਪੂਰਾ ਹੁੰਦਾ ਹੈ, ਉਸ ਵਿੱਚ ਸਭ ਤੋਂ ਪਹਿਲਾਂ ਸਮੁੰਦਰ ਦਾ ਪਾਣੀ ਜਦੋਂ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਅਸਮਾਨ ਵੱਲ ਜਾਂਦਾ ਹੈ ਤਾਂ ਉੱਥੇ ਉਹ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਬੱਦਲ ਮੈਦਾਨੀ ਇਲਾਕਿਆਂ ਵੱਲ, ਜੰਗਲਾਂ ਵੱਲ ਜਾਂ ਪਹਾੜੀ ਇਲਾਕਿਆਂ ਵੱਲ ਅੱਗੇ ਵੱਧਦੇ ਹੁੰਦੇ ਹਨ ਅਤੇ ਉੱਥੇ ਜਾ ਕੇ ਇਹ ਮੀਂਹ ਪਾਉਂਦੇ ਹਨ। ਤਾਂ ਉਹ ਮੀਂਹ ਦਾ ਪਾਣੀ ਪਹਾੜਾਂ ਤੋਂ ਥੱਲੇ ਡਿੱਗਦਾ ਹੈ ਅਤੇ ਉਹ ਚਟਾਨਾਂ ਨਾਲ ਖਹਿੰਦਾ ਹੋਇਆ ਨਦੀ ਵਿੱਚ ਜਾ ਰਲਦਾ ਹੈ ਅਤੇ ਅਖੀਰ ਉਹ ਨਦੀ ਫਿਰ ਜਾ ਕੇ ਕਿਸ ਨਾਲ ਰਲ ਜਾਂਦੀ ਹੈ, ਸਮੁੰਦਰ ਨਾਲ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਪਾਣੀ ਦਾ ਜਲ ਚੱਕਰ ਪੂਰਾ ਹੋ ਜਾਂਦਾ ਹੈ। ਹਾਂਜੀ, ਅਗਲਾ ਪੈਰਾ ਹੈ, ਆਣਾ ਜਾਣਾ ਫੇਰੇ ਪਾਣਾ, ਤੁਰਿਆ ਰਹਿਣਾ ਅੱਖ ਨਾ ਲਾਣਾ, ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜ੍ਹਦਾ ਲਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਹਾਂਜੀ, ਇਸ ਦਾ ਪ੍ਰਸੰਗ ਲਿਖ ਲਓ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਧਨੀ ਰਾਮ ਚਾਤਰਕ ਜੀ ਦੁਆਰਾ ਲਿਖੀ ਹੋਈ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਸਮੁੰਦਰ ਵਿੱਚ ਪਾਣੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਕੁਦਰਤ ਦੇ ਹੁਕਮ ਵਿੱਚ ਇਹ ਪਾਣੀ ਦਾ ਚੱਕਰ ਚੱਲਦਾ ਰਹਿੰਦਾ ਹੈ। ਹਾਂਜੀ, ਪਹਿਲਾ ਹੈਗਾ ਆਣਾ ਜਾਣਾ ਫੇਰੇ ਪਾਣਾ, ਤੁਰਿਆ ਰਹਿਣਾ ਅੱਖ ਨਾ ਲਾਣਾ। ਤਾਂ ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜਾਂ ਤੋਂ ਸਮੁੰਦਰ ਵੱਲ ਵਧਣਾ ਅਤੇ ਗਰਮੀ ਨਾਲ ਭਾਫ ਬਣ ਕੇ ਫਿਰ ਬੱਦਲਾਂ ਦੇ ਰਾਹੀਂ ਵਰਖਾ ਦੇ ਰੂਪ ਵਿੱਚ ਪਹਾੜਾਂ 'ਤੇ ਪਹੁੰਚਣਾ ਹੈ। ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜ੍ਹਦਾ ਲਹਿੰਦਾ ਜਾਏ।
ਨੀਰ ਨਦੀ ਦਾ ਵਹਿੰਦਾ ਜਾਏ। ਇਹ ਆਉਣਾ ਜਾਣਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਉਹ ਆਰਾਮ ਨਹੀਂ ਕਰਦਾ ਅਤੇ ਆਪਣੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਬੱਝੇ ਫੁਹਾਰੇ ਵਾਂਗ ਕੁਦਰਤ ਦੇ ਹੁਕਮ ਵਿੱਚ ਚੜ੍ਹਦਾ ਅਤੇ ਲਹਿੰਦਾ ਰਹਿੰਦਾ ਹੈ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਪਾਣੀ ਆਪਣਾ ਜਲ ਚੱਕਰ ਕਿਸ ਤਰ੍ਹਾਂ ਪੂਰਾ ਕਰਦਾ ਹੈ ਕਿ ਉਹ ਭਾਫ ਦੇ ਰੂਪ ਵਿੱਚ ਬੱਦਲਾਂ ਦਾ ਰੂਪ ਧਾਰਨ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਵਰਖਾ ਦੇ ਰੂਪ ਵਿੱਚ ਪਾਣੀ ਵਾਪਸ ਪਹਾੜਾਂ ਤੋਂ ਮੈਦਾਨਾਂ ਤੋਂ ਹੁੰਦਾ ਹੋਇਆ ਨਦੀ ਵਿੱਚ ਰਲ ਜਾਂਦਾ ਹੈ ਅਤੇ ਨਦੀ ਅਖੀਰ ਆਪਣਾ ਮੰਜ਼ਿਲ ਜਿਹੜੀ ਉਸ ਦੀ ਮੰਜ਼ਿਲ ਹੁੰਦੀ ਹੈ ਸਮੁੰਦਰ, ਤਾਂ ਉਸ ਵਿੱਚ ਉਹ ਰਲ ਜਾਂਦੀ ਹੈ। ਤਾਂ ਹੁਣ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਆਪਾਂ ਕੇਂਦਰੀ ਭਾਵ ਕਰਦੇ ਹਾਂ। ਤੁਸੀਂ ਆਪਣੀਆਂ ਕਾਪੀਆਂ ਉੱਪਰ ਲਿਖ ਲਓ। ਨਦੀ ਦਾ ਪਾਣੀ ਪਹਾੜਾਂ ਤੋਂ ਡਿੱਗਦਾ ਢਹਿੰਦਾ ਚਟਾਨਾਂ ਨਾਲ ਖਹਿੰਦਾ ਹੋਇਆ ਮੈਦਾਨਾਂ ਵੱਲ ਨੂੰ ਵਹਿੰਦਾ ਹੋਇਆ ਸਮੁੰਦਰ ਨਾਲ ਮਿਲ ਜਾਂਦਾ ਹੈ। ਫਿਰ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਬੱਦਲ ਬਣ ਕੇ ਅਸਮਾਨ 'ਤੇ ਜਾ ਚੜ੍ਹਦਾ ਹੈ ਅਤੇ ਮੀਂਹ ਦੇ ਰੂਪ ਵਿੱਚ ਪਹਾੜਾਂ 'ਤੇ ਡਿੱਗਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਵਿੱਚ ਪਾਣੀ ਦਾ ਗੇੜ ਹਮੇਸ਼ਾ ਚੱਲਦਾ ਰਹਿੰਦਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਆਪਾਂ ਇਸ ਕਵਿਤਾ ਦੇ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਹੈ, ਇਸ ਦਾ ਕੇਂਦਰੀ ਭਾਵ ਕਰ ਲਿਆ ਹੈ। ਤਾਂ ਹੁਣ ਇਸ ਤੋਂ ਅਗਲਾ ਭਾਗ ਹੈ ਵਸਤੂਨਿਸ਼ਟ ਪ੍ਰਸ਼ਨ। ਵਸਤੂਨਿਸ਼ਟ ਪ੍ਰਸ਼ਨ ਵਿੱਚ ਤੁਹਾਨੂੰ ਪ੍ਰਸ਼ਨ ਦਾ ਇੱਕ ਉੱਤਰ ਲਿਖਣਾ ਹੋਵੇਗਾ ਜੋ ਕਿ ਇੱਕ ਜਾਂ ਦੋ ਸ਼ਬਦਾਂ ਦਾ ਹੀ ਹੁੰਦਾ ਹੈ। ਤਾਂ ਆਪਾਂ ਉਹ ਵੀ ਤੁਸੀਂ ਆਪਣੀ ਕਾਪੀ ਉੱਪਰ ਲਿਖ ਲਓ। ਇਹ ਵੀ ਪੇਪਰਾਂ ਦੇ ਵਿੱਚ ਹੀ ਜ਼ਰੂਰ ਪੁੱਛਿਆ ਜਾਂਦਾ ਹੈ। ਤਾਂ ਪਹਿਲਾ ਪ੍ਰਸ਼ਨ ਹੈ, ਵਹਿੰਦਾ ਜਾਏ ਕਵਿਤਾ ਦਾ ਲੇਖਕ ਕੌਣ ਹੈ? ਤਾਂ ਇਸ ਦਾ ਉੱਤਰ ਹੈ ਧਨੀ ਰਾਮ ਚਾਤ੍ਰਿਕ। ਦੂਜਾ ਪ੍ਰਸ਼ਨ ਹੈ, ਨਦੀ ਦਾ ਪਾਣੀ ਕਿੱਥੋਂ ਉਤਰਿਆ ਹੈ? ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ ਪਹਾੜਾਂ ਤੋਂ। ਪ੍ਰਸ਼ਨ ਤੀਜਾ ਹੈ, ਪਾਣੀ ਵਿੱਚ ਝਲਕਾਰੇ ਕੌਣ ਮਾਰਦਾ ਹੈ? ਤਾਂ ਇਸ ਦਾ ਉੱਤਰ ਤੁਸੀਂ ਲਿਖਣਾ ਹੈ ਅਸਮਾਨ ਦਾ ਤਾਰਾ। ਅਗਲਾ ਪ੍ਰਸ਼ਨ ਹੈ, ਨਦੀ ਦੇ ਪਾਣੀ ਦੀ ਸਾਕਾਦਾਰੀ ਕਿਸ ਨਾਲ ਹੈ? ਤਾਂ ਇਸ ਦਾ ਉੱਤਰ ਲਿਖਣਾ ਹੈ ਸਮੁੰਦਰ ਨਾਲ। ਅਗਲਾ ਪ੍ਰਸ਼ਨ ਹੈ, ਪਾਣੀ ਸੂਰਜ ਦੀ ਗਰਮੀ ਨਾਲ ਕੀ ਬਣ ਕੇ ਅਸਮਾਨ ਵਿੱਚ ਚੜ੍ਹਦਾ ਹੈ? ਤਾਂ ਇਸ ਦਾ ਉੱਤਰ ਤੁਸੀਂ ਲਿਖਣਾ ਹੈ ਭਾਫ। ਹਾਂਜੀ ਪਿਆਰੇ ਵਿਦਿਆਰਥੀਓ, ਆਪਾਂ ਵਹਿੰਦਾ ਜਾਏ ਕਵਿਤਾ ਦੀ ਪ੍ਰਸੰਗਸਤ ਵਿਆਖਿਆ ਵੀ ਕਰ ਲਈ ਹੈ, ਇਸ ਦਾ ਕੇਂਦਰੀ ਭਾਵ ਵੀ ਕਰ ਲਿਆ ਹੈ ਅਤੇ ਇਸ ਦੇ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨ ਉੱਤਰ ਵੀ ਲਿਖ ਲਏ ਹਨ। ਤਾਂ ਹੁਣ ਆਪਾਂ 9ਵੀਂ ਜਮਾਤ ਦੇ ਪ੍ਰਸ਼ਨ ਪੱਤਰ ਅਨੁਸਾਰ ਜਿਸ ਤਰ੍ਹਾਂ ਦੇ ਵੀ ਪ੍ਰਸ਼ਨ ਉੱਤਰ ਪੁੱਛੇ ਜਾਂਦੇ ਹਨ, ਆਪਾਂ ਉਸ ਅਨੁਸਾਰ ਇਸ ਦੀ ਦੁਹਰਾਈ ਕਰਦੇ ਹਾਂ। ਤਾਂ ਤੁਸੀਂ ਸਹੀ ਉੱਤਰ ਦੱਸਣੇ ਹਨ। ਸਭ ਤੋਂ ਪਹਿਲਾਂ ਆਪਾਂ ਬਹੁ ਚੋਣਵੇਂ ਪ੍ਰਸ਼ਨ ਉੱਤਰ ਕਰਦੇ ਹਾਂ। ਉਸ ਦਾ ਪਹਿਲਾ ਪ੍ਰਸ਼ਨ ਹੈ, ਧਨੀ ਰਾਮ ਚਾਤ੍ਰਿਕ ਦਾ ਜਨਮ ਕਿੱਥੇ ਹੋਇਆ? ਪਹਿਲਾ ਉੱਤਰ ਹੈ ਲਾਹੌਰ, ਦੂਜਾ ਸਿਆਲਕੋਟ, ਤੀਜਾ ਅੰਮ੍ਰਿਤਸਰ, ਚੌਥਾ ਦਿੱਲੀ। ਤਾਂ ਤੁਸੀਂ ਸਹੀ ਉੱਤਰ ਦੱਸਣਾ ਹੈ ਬੱਚਿਓ। ਤਾਂ ਦੱਸੋ ਫਿਰ ਧਨੀ ਰਾਮ ਚਾਤ੍ਰਿਕ ਦਾ ਜਨਮ ਕਿੱਥੇ ਹੋਇਆ? ਹਾਂਜੀ ਸ਼ਾਬਾਸ਼, ਹਾਂਜੀ ਸਿਆਲਕੋਟ ਵਿਖੇ ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਵਾਲਾ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿੱਚ ਹੋਇਆ। ਸ਼ਾਬਾਸ਼, ਬਹੁਤ ਅੱਛੇ। ਅਗਲਾ ਪ੍ਰਸ਼ਨ ਹੈ, ਧਨੀ ਰਾਮ ਚਾਤ੍ਰਿਕ ਦੀ ਲਿਖੀ ਕਿਸੇ ਇੱਕ ਕਵਿਤਾ ਦਾ ਨਾਮ ਦੱਸੋ। ਤਾਂ ਪਹਿਲੇ ਆਪਸ਼ਨ ਹੈ ਸਮਾਂ, ਦੂਜਾ ਬ੍ਰਿਛ, ਤੀਜਾ ਵਹਿੰਦਾ ਜਾਏ, ਚੌਥਾ ਖੂਹ ਉੱਤੇ। ਹਾਂਜੀ ਦੱਸੋ ਧਨੀ ਰਾਮ ਚਾਤ੍ਰਿਕ ਦੀ ਲਿਖੀ ਕਿਸੇ ਕਵਿਤਾ ਦਾ ਨਾਮ। ਹਾਂਜੀ ਸਹੀ ਉੱਤਰ ਕਿਹੜਾ ਹੈ? ਹਾਂਜੀ ਸ਼ਾਬਾਸ਼, ਵਹਿੰਦਾ ਜਾਏ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਹੈ ਵਹਿੰਦਾ ਜਾਏ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ ਹੈ, ਨਦੀ ਦਾ ਪਾਣੀ ਕਿੱਥੋਂ ਡਿੱਗਦਾ ਹੈ? ਕਵਿਤਾ ਵਿੱਚ ਪੜ੍ਹਿਆ ਹੈ ਆਪਾਂ, ਇਸ ਦੇ 4 ਉੱਤਰ ਹਨ। ਪਹਾੜ ਤੋਂ, ਦੂਜਾ ਕੰਧ ਤੋਂ, ਤੀਜਾ ਰੁੱਖ ਤੋਂ, ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੱਸੋ ਫਿਰ ਨਦੀ ਦਾ ਪਾਣੀ ਕਿੱਥੋਂ ਡਿੱਗਦਾ ਹੈ? ਹਾਂਜੀ ਸ਼ਾਬਾਸ਼, ਪਹਾੜ ਤੋਂ। ਆਪਾਂ ਪੜ੍ਹਿਆ ਹੈ
ਉੱਤਰ ਪਹਾੜੋਂ ਡਿੱਗਦਾ ਢਹਿੰਦਾ ਚੱਕਰ ਖਾਂਦਾ ਧੱਪੇ ਸਹਿੰਦਾ। ਤਾਂ ਸਹੀ ਉੱਤਰ ਆਪਣਾ ਆਇਆ ਸੀ ਪਹਾੜ ਤੋਂ। ਸ਼ਾਬਾਸ਼। ਅਗਲਾ ਪ੍ਰਸ਼ਨ ਹੈ, ਪੰਥ ਤੇਰਾ ਹੈ ਲੰਮਾ ਸਾਰਾ, ਇਹ ਸ਼ਬਦ ਕੌਣ ਕਹਿੰਦਾ ਹੈ? ਮਨੁੱਖ, ਪਾਣੀ, ਬੱਦਲ ਜਾਂ ਅਸਮਾਨੀ ਤਾਰਾ। ਇਹ ਸ਼ਬਦ ਪਾਣੀ ਨੂੰ ਕੌਣ ਕਹਿੰਦਾ ਹੈ? ਹਾਂਜੀ, ਸ਼ਾਬਾਸ਼, ਅਸਮਾਨੀ ਤਾਰਾ। ਕਿਉਂਕਿ ਆਪਾਂ ਪੜ੍ਹਿਆ ਹੈ, ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾ, ਪੰਧ ਤੇਰਾ ਹੈ ਲੰਮਾ ਸਾਰਾ, ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਉਹ ਕਹਿੰਦਾ ਹੈ ਕਿ ਜੇ ਤੂੰ ਨਦੀ ਵਿੱਚ ਇਸੇ ਤਰ੍ਹਾਂ ਹੀ ਆਪਣੀ ਚਾਲ ਨਾਲ ਚੱਲਦਾ ਜਾਏਗਾ ਤਾਂ ਜਲਦੀ ਹੀ ਸਮੁੰਦਰ ਵਿੱਚ ਮਿਲ ਜਾਏਗਾ। ਸ਼ਾਬਾਸ਼। ਅਗਲਾ ਪ੍ਰਸ਼ਨ ਹੈ, ਨਦੀ ਦੇ ਪਾਣੀ ਦੀ ਰਿਸ਼ਤੇਦਾਰੀ ਕਿਸ ਨਾਲ ਹੈ? ਤਾਂ ਇਹ ਵੀ ਆਪਾਂ ਪੜ੍ਹਿਆ ਹੈ। ਇਸ ਦੇ ਉੱਤਰ 4 ਦੱਸਦਾ ਹਾਂ, ਤੁਸੀਂ ਸਹੀ ਉੱਤਰ ਚੁਣਨਾ ਹੈ। ਪਹਿਲਾ ਹੈ ਪਹਾੜ ਨਾਲ, ਦੂਜਾ ਬੱਦਲਾਂ ਨਾਲ, ਤੀਜਾ ਸਮੁੰਦਰ ਨਾਲ, ਚੌਥਾ ਤਾਰਿਆਂ ਨਾਲ। ਤਾਂ ਹਾਂਜੀ ਬੱਚਿਓ, ਦੱਸੋ ਕਿਸ ਦੇ ਨਾਲ ਹੈ ਨਦੀ ਦੇ ਪਾਣੀ ਦੀ ਰਿਸ਼ਤੇਦਾਰੀ? ਹਾਂਜੀ, ਸਮੁੰਦਰ ਨਾਲ। ਆਪਾਂ ਪੜ੍ਹਿਆ ਹੈ, ਨਾਲ ਸਮੁੰਦਰ ਸਾਕਾਦਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ। ਸ਼ਾਬਾਸ਼, ਬਹੁਤ ਅੱਛੇ। ਤਾਂ ਹੁਣ ਆਪਾਂ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਖਾਲੀ ਥਾਵਾਂ ਭਰੋ ਕਰਾਂਗੇ। ਮੈਂ ਇੱਕ ਸਤਰ ਬੋਲਾਂਗਾ ਤਾਂ ਤੁਸੀਂ ਉਸ ਨੂੰ ਪੂਰਾ ਕਰਨਾ ਹੈ ਕਿ ਉਸ ਤੋਂ ਬਾਅਦ ਕਿਹੜੀ ਸਤਰ ਆਉਂਦੀ ਹੈ। ਤਾਂ ਸ਼ੁਰੂ ਕਰਦੇ ਹਾਂ। ਪਹਿਲਾ ਹੈ, ਉੱਤਰ ਪਹਾੜੋਂ ਡਿੱਗਦਾ ਢਹਿੰਦਾ। ਤਾਂ ਅੱਗੇ ਖਾਲੀ ਥਾਂ ਹੈ, ਦੱਸੋ ਬੱਚਿਓ ਕੀ ਆਊਗਾ ਇਸ ਤੋਂ ਬਾਅਦ? ਹਾਂਜੀ ਹਾਂਜੀ, ਸ਼ਾਬਾਸ਼, ਕਰੋ ਯਾਦ। ਹਾਂਜੀ, ਚੱਕਰ ਖਾਂਦਾ ਧੱਪੇ ਸਹਿੰਦਾ। ਪੂਰੀ ਲਾਈਨ ਬਣਦੀ ਹੈ, ਉੱਤਰ ਪਹਾੜੋਂ ਡਿੱਗਦਾ ਢਹਿੰਦਾ ਚੱਕਰ ਖਾਂਦਾ ਧੱਪੇ ਸਹਿੰਦਾ। ਸ਼ਾਬਾਸ਼, ਵੈਰੀ ਗੁੱਡ। ਉਸ ਤੋਂ ਬਾਅਦ ਦੂਜਾ ਹੈ, ਰਾਹ ਤੁਰਦਾ ਅਸਮਾਨੀ ਤਾਰਾ। ਤਾਂ ਅੱਗੇ ਖਾਲੀ ਥਾਂ ਹੈ, ਉਸ ਵਿੱਚ ਕੀ ਆਵੇਗਾ? ਹਾਂਜੀ, ਕਰੋ ਯਾਦ। ਸ਼ਾਬਾਸ਼, ਹਾਂਜੀ ਹਾਂਜੀ, ਰਾਹ ਤੁਰਦਾ ਅਸਮਾਨੀ ਤਾਰਾ ਤੋਂ ਬਾਅਦ ਆਏਗਾ, ਲਹਿਰਾਂ ਵਿੱਚ ਪਾ ਪਾ ਝਲਕਾਰਾ। ਸ਼ਾਬਾਸ਼, ਬਹੁਤ ਅੱਛੇ। ਹਾਂਜੀ, ਤੀਜੀ ਖਾਲੀ ਥਾਂ ਆਪਣੇ ਕੋਲੇ, ਨਾਲ ਸਮੁੰਦਰ ਸਾਕਾਦਾਰੀ। ਹਾਂਜੀ, ਇਸ ਤੋਂ ਬਾਅਦ ਕੀ ਆਵੇਗੀ ਲਾਈਨ? ਹਾਂਜੀ, ਸ਼ਾਬਾਸ਼, ਬਹੁਤ ਅੱਛੇ। ਨਾਲ ਸਮੁੰਦਰ ਸਾਕਾਦਾਰੀ ਤੋਂ ਬਾਅਦ ਆਏਗਾ, ਵਿਛੜੇ ਮਿਲੇ ਹਜ਼ਾਰਾਂ ਵਾਰੀ। ਸ਼ਾਬਾਸ਼। ਅਗਲਾ ਹੈ, ਆਣਾ ਜਾਣਾ ਫੇਰੇ ਪਾਣਾ। ਇਸ ਤੋਂ ਬਾਅਦ ਕੀ ਆਵੇਗਾ? ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਆਣਾ ਜਾਣਾ ਫੇਰਾ ਪਾਣਾ ਤੋਂ ਬਾਅਦ ਹੈ, ਤੁਰਿਆ ਰਹਿਣਾ ਅੱਖ ਨਾ ਲਾਣਾ। ਸ਼ਾਬਾਸ਼, ਬਹੁਤ ਅੱਛੇ। ਹਾਂਜੀ ਪਿਆਰੇ ਵਿਦਿਆਰਥੀਓ, ਅੱਗੇ ਆਪਾਂ ਵਸਤੂਨਿਸ਼ਟ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰਦੇ ਹਾਂ। ਤਾਂ ਤੁਸੀਂ 1-2 ਸ਼ਬਦਾਂ ਵਿੱਚ ਹੀ ਉੱਤਰ ਦੱਸਣਾ ਹੈ। ਤਾਂ ਪਹਿਲਾ ਪ੍ਰਸ਼ਨ ਹੈ ਆਪਣਾ, ਪਹਾੜ ਤੋਂ ਡਿੱਗਦਾ ਪਾਣੀ ਕਿਸ ਨਾਲ ਖਹਿੰਦਾ ਹੈ? ਹਾਂਜੀ, ਕਿਸ ਨਾਲ ਖਹਿੰਦਾ ਹੈ? ਆਪਾਂ ਪੜ੍ਹਿਆ ਹੈ ਇਹ। ਹਾਂਜੀ, ਸ਼ਾਬਾਸ਼, ਸਹੀ ਉੱਤਰ ਹੈ ਚਟਾਨਾਂ ਨਾਲ। ਪਹਾੜ ਤੋਂ ਡਿੱਗਦਾ ਪਾਣੀ ਚਟਾਨਾਂ ਨਾਲ ਖਹਿੰਦਾ ਹੈ। ਅਗਲਾ ਪ੍ਰਸ਼ਨ ਹੈ, ਅਸਮਾਨ ਦਾ ਤਾਰਾ ਪਾਣੀ ਨੂੰ ਕੀ ਕਰਨ ਲਈ ਕਹਿੰਦਾ ਹੈ? ਹਾਂਜੀ, ਕੀ ਕਰਨ ਲਈ ਕਹਿੰਦਾ ਹੈ? ਹਾਂਜੀ, ਸ਼ਾਬਾਸ਼, ਚੱਲਦੇ ਰਹਿਣ ਲਈ। ਅਗਲਾ ਪ੍ਰਸ਼ਨ ਹੈ, ਨਦੀ ਦੇ ਪਾਣੀ ਦੀ ਕਿਸ ਨਾਲ ਰਿਸ਼ਤੇਦਾਰੀ ਹੈ? ਇਸ ਦਾ ਉੱਤਰ ਹੈ ਸਮੁੰਦਰ ਨਾਲ। ਸ਼ਾਬਾਸ਼। ਅਗਲਾ ਪ੍ਰਸ਼ਨ ਹੈ, ਨਦੀ ਦੇ ਪਾਣੀ ਦਾ ਕੀ ਸੁਭਾਅ ਹੈ? ਹਾਂਜੀ, ਕੀ ਸੁਭਾਅ ਹੈ ਨਦੀ ਦੇ ਪਾਣੀ ਦਾ? ਹਾਂਜੀ, ਸ਼ਾਬਾਸ਼, ਸਹੀ ਗੱਲ ਹੈ, ਹਮੇਸ਼ਾ ਵਗਦੇ ਰਹਿਣਾ। ਅਗਲਾ ਪ੍ਰਸ਼ਨ ਹੈ, ਮੰਜ਼ਿਲ ਦੀ ਪ੍ਰਾਪਤੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਹਾਂਜੀ, ਸਹੀ ਉੱਤਰ ਦੱਸੋ। ਹਾਂਜੀ, ਬਿਲਕੁਲ ਸਹੀ ਹੈ, ਸ਼ਾਬਾਸ਼। ਤਾਂ ਸਾਨੂੰ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਆਪਾਂ ਕਵਿਤਾ ਵਹਿੰਦਾ ਜਾਏ ਪੜ੍ਹ ਲਈ ਹੈ। ਆਪਾਂ ਇਸ ਦੇ ਪ੍ਰਸੰਗ ਸਹਿਤ ਵਿਆਖਿਆ, ਕੇਂਦਰੀ ਭਾਵ ਅਤੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਵੀ ਕਰ ਲਏ ਹਨ। ਤਾਂ ਤੁਸੀਂ ਇਸ ਕਵਿਤਾ ਨੂੰ ਚੰਗੀ ਤਰ੍ਹਾਂ ਗਾ ਕੇ ਇਸ ਦਾ ਅਭਿਆਸ ਕਰਨਾ ਹੈ ਅਤੇ ਇਸ ਦੇ ਪ੍ਰਸੰਗ ਸਹਿਤ ਵਿਆਖਿਆ,
ਕੇਂਦਰੀ ਭਾਵ ਅਤੇ ਵਸਤੂਨਿਸ਼ਟ ਪ੍ਰਸ਼ਨ ਉੱਤਰਾਂ ਨੂੰ ਆਪਣੀ ਪੱਕੀ ਕਾਪੀ ਉੱਪਰ ਲਿਖਣਾ ਹੈ ਅਤੇ ਉਹਨਾਂ ਨੂੰ ਯਾਦ ਕਰਨਾ ਹੈ। ਧੰਨਵਾਦ।